ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਦੋਸਤੋ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਕ ਮੁੱਦੇ 'ਤੇ ਗੱਲ ਕਰ ਰਹੇ ਹਾਂ, ਉਹ ਕਿਸਾਨੀ ਦਾ ਮੁੱਦਾ, ਅਤੇ ਰੋਜ਼ ਇਸ 'ਤੇ ਗੱਲ ਕਰ ਰਹੇ ਹਾਂ ਅਤੇ ਕਰਨੀ ਵੀ ਚਾਹੀਦੀ ਹੈ ਕਿਉਂਕਿ ਇਹ ਸਾਡਾ ਸਾਰਿਆਂ ਦਾ ਮੁੱਦਾ ਹੈ। ਅੱਜ ਇਸ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਸਵਾਗਤ। ਜੀ ਸ਼ੁਕਰੀਆ। ਹਮੀਰ ਸਿੰਘ ਜੀ ਹਲੇ ਦਿੱਲੀ ਤੋਂ ਮੁੜ ਕੇ ਆਏ ਨੇ, ਉੱਥੇ ਦਾ ਮਾਹੌਲ ਦੇਖ ਕੇ ਆਏ, ਕਿਸਾਨਾਂ ਦਾ ਸਾਰਾ ਜੋਸ਼ ਜਜ਼ਬਾ ਅਤੇ ਉਹਨਾਂ ਦਾ ਸਾਰਾ ਤਾਣਾ ਬਾਣਾ ਵੀ ਕਿੱਦਾਂ ਉੱਥੇ ਔਖੇ ਹਾਲਾਤ 'ਚ ਵੀ ਚੜ੍ਹਦੀ ਕਲਾ 'ਚ ਨੇ। ਹਮੀਰ ਜੀ ਦੱਸੋ ਕਿ ਉਵੇਂ ਕੀ ਮਾਹੌਲ ਆ ਉੱਥੇ? ਮਾਹੌਲ ਤਾਂ ਇੱਕ ਇਹ ਹੈ ਕਿ ਵੈਸੇ ਜੇ ਦੇਖਿਆ ਜਾਵੇ ਆਮ ਭਾਸ਼ਾ 'ਚ ਤਾਂ ਮੇਲੇ ਵਰਗਾ ਮਾਹੌਲ ਹੈ। ਟਿੱਕਰੀ ਬਾਰਡਰ ਇੱਥੋਂ ਸ਼ੁਰੂ ਹੋ ਕੇ 15 ਕਿਲੋਮੀਟਰ ਤੱਕ ਟਰਾਲੀਆਂ ਨੇ, ਮਤਲਬ ਪੈਦਲ ਜਾ ਨਹੀਂ ਸਕਦਾ, ਬੰਦੇ ਨੂੰ ਕਿਸੇ ਵਹੀਕਲ 'ਤੇ ਜਾ ਕੇ ਘੁੰਮਣਾ ਪੈਂਦਾ, 30 ਕਿਲੋਮੀਟਰ ਸਫ਼ਰ ਕਰਨਾ ਪਏਗਾ ਜੇ ਸਾਰੇ ਕਿਤੇ ਜਾਂਦਾ। ਆਹ ਜਿਹੜਾ ਸਿੰਘੂ ਬਾਰਡਰ ਹੈ ਇਹ ਵੀ ਟੋਟਲ ਅਲੱਗ ਟਾਈਪ ਦਾ, ਔਰ ਲੋਕਾਂ ਦੀ ਸਪੋਰਟ ਦਾ ਮਤਲਬ ਇਹ ਹੈ ਕਿ ਜਿਹੜੇ ਕਿਸਾਨ ਆਪਣਾ ਅਨਾਜ ਆਪਣਾ ਆਟਾ ਲੈ ਕੇ ਗਏ ਸੀ ਟਰਾਲੀਆਂ 'ਚ, ਉਹਨਾਂ ਨੂੰ ਖੋਲ੍ਹਣ ਦਾ ਮੌਕਾ ਨਹੀਂ ਮਿਲਿਆ ਅਤੇ ਬਾਹਰੋਂ ਹੀ ਲੰਗਰ ਹਰਿਆਣੇ 'ਚੋਂ ਆਲੇ ਦੁਆਲੇ ਦਿੱਲੀ 'ਚੋਂ ਕੇਲੇ ਹੋਣ, ਗੁਲਾਬ ਜਾਮਣਾ ਹੋਣ, 25-25 ਕੁਇੰਟਲ ਬਦਾਮ ਜੇ ਉਹ, ਇਹਦੇ 'ਚੋਂ ਇੱਕ ਲੱਗਦਾ ਕਿ ਲੋਕ ਸੰਘਰਸ਼ ਦਾ ਰੂਪ ਲੈ ਚੁੱਕਿਆ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਹੜੇ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ, ਇਹ ਕਿਸਾਨੀ ਸੰਘਰਸ਼ ਹੈ, ਲੋਕ ਸੰਘਰਸ਼। ਈਵਨ ਜਿੱਥੇ ਬੈਠੇ ਨੇ, ਰੋਕੂੰਗਾ, ਜਿਹੜੇ ਕਿਸਾਨ ਇਹ ਗੱਲ ਕਰਦੇ ਸੀ ਵੀ ਸਾਡਾ ਲੜਾਈ ਨਹੀਂ ਹੈਗੀ, ਸਾਰਿਆਂ ਦੀ ਲੜਾਈ ਆ, ਲੱਗਦਾ ਉਹ ਐਡੇ ਵੱਡੇ ਗੋਦੀ ਮੀਡੀਆ 'ਚੋਂ ਨਿਕਲ ਕੇ ਉਹ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ 'ਚ ਸਫਲ ਹੋ ਗਈ ਕਿ ਇਹ ਲੜਾਈ ਸਾਰਿਆਂ ਦੀ ਹੈ, ਨਹੀਂ ਤਾਂ ਇਹਦੇ ਬਗੈਰ ਤਾਂ ਕੰਮ ਬਹੁਤ ਖਰਾਬ ਹੋ ਜਾਊਗਾ। ਉਹਦੇ 'ਚ ਇੱਕ ਮੈਨੂੰ ਲੱਗਦਾ ਵਧੀਆ ਗੱਲ ਇਹ ਤਾਂ ਬਣ ਗਈ ਕਿਉਂਕਿ ਬਾਵਜੂਦ ਸਾਰੀਆਂ ਹਾਲਾਤਾਂ ਦੇ ਇਹ ਪੀਸਫੁਲ, ਅਤੇ ਹੁਣ ਜਿੰਨੀਆਂ ਵੀ ਉੱਥੇ ਲੋਕਾਂ ਦੀਆਂ ਧੀਆਂ ਭੈਣਾਂ ਕੁੜੀਆਂ ਰਾਤ ਨੂੰ ਲੰਘਦੀਆਂ ਨੇ, ਕਿੰਨਾ ਕੰਜਸਟਡ ਹੈ ਦਿੱਲੀ ਦੇ ਵਿੱਚ ਆ ਸਿੰਘੂ ਬਾਰਡਰ, ਉਹ ਬੇਖੌਫ ਹੈ, ਤੁਰੀਆਂ ਫਿਰਦੀਆਂ, ਉਹਨਾਂ ਨੂੰ ਐਂ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੋ ਸਕਦੀ ਕਿ ਕਿਹੋ ਜਿਹੀ ਹਰਕਤ ਹੋ ਜੇ। ਨਹੀਂ ਤਾਂ ਦਿੱਲੀ ਦੀਆਂ ਸੜਕਾਂ 'ਤੇ ਰਾਤ ਨੂੰ ਜਾਂ ਆਲੇ ਦੁਆਲੇ ਬੜਾ ਹੀ ਜਿਹੋ ਜਿਹੇ ਹਾਲਾਤ ਨੇ ਆਪਾਂ ਦਿਖਾਈ ਦੇ ਰਹੇ ਹਾਂ। ਇਹਨੇ ਉਹਨਾਂ ਨੂੰ ਇਖਲਾਕੀ ਤੌਰ 'ਤੇ ਬਹੁਤ ਸਪੋਰਟ ਦਿੱਤੀ ਹੈ, ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਅੰਦੋਲਨ ਦਾ ਇੱਕ ਬੜਾ ਵੱਡਾ ਪੱਖ ਹੈ ਕਿ ਲੱਖਾਂ ਦੀ ਭੀੜ ਦੇ ਬਾਵਜੂਦ ਸ਼ਾਂਤਮਈ ਔਰ ਜ਼ਾਬਤੇ 'ਚ ਰਹਿਣਾ ਅਤੇ ਆਪਣੀ ਜਿਹੜੀ ਉਹ ਗੱਲਾਂ ਬਾਰ-ਬਾਰ ਕਰਨਾ ਕਿ ਸਾਡੇ 'ਤੇ ਕੋਈ ਇਹੋ ਜਿਹਾ ਐਲੀਗੇਸ਼ਨ ਨਹੀਂ ਲੱਗਣਾ ਚਾਹੀਦਾ ਕਿ ਇਹ ਇਹੋ ਜਿਹੇ ਬੰਦੇ ਆਏ ਸੀ, ਅਤੇ ਮੁੜ ਕੇ ਵੀ ਲੋਕ ਯਾਦ ਕਰਨ ਕਿ ਹਾਂ ਇੱਥੇ ਬੰਦੇ ਆਏ ਸੀ। ਇੱਕ ਤਾਂ ਇਹ ਗੱਲ ਉਸ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਕਲੀਅਰ ਦਿਖਾਈ ਦੇ ਰਹੀ ਹੈ। ਉੱਥੇ ਹਰ ਗਾਇਕ ਜਾ ਰਿਹਾ, ਹਰ ਲੇਖਕ ਜਾ ਰਿਹਾ, ਹਰ ਟਾਈਪ ਦੇ ਬੰਦੇ ਉੱਥੇ ਜਾ ਰਹੇ ਨੇ, ਹਮੂਲੇਟ ਹੋ ਰਹੇ ਨੇ। ਦੂਜੀ ਗੱਲ ਇਹ ਹੈ ਕਿ ਉਹਦੇ ਵਿੱਚ ਜਿਵੇਂ ਔਰਤਾਂ ਦਾ ਮਾਈਆਂ ਦਾ ਸਵਾਲ ਹੈ, ਬਾਕੀ ਦੇ ਸਵਾਲ ਨੇ। ਜਦੋਂ ਇੱਕ ਮਾਈ ਬਾਰੇ ਟਵੀਟ ਕਰਦੀ ਹੈ ਆਪਣੀ ਬੀਬੀ, ਇੱਕ ਫਿਲਮੀ ਐਕਟਰਸ, ਤਾਂ ਲੋਕ ਹੀ ਦੂਜੇ ਬੰਦੇ ਗਾਇਕ ਉਹਨੂੰ ਕਾਊਂਟਰ ਕਰਦੇ ਨੇ ਬਿਨਾਂ ਇਹਦੇ ਸਾਰੇ ਮਾਮਲਿਆਂ ਦੇ ਵਿੱਚੋਂ। ਜਿਵੇਂ ਐਂ ਲੱਗਦਾ ਚਾਹੇ ਉਹ ਕੈਨੇਡਾ 'ਚ ਬੈਠਾ ਪੰਜਾਬੀ ਆ, ਚਾਹੇ ਨਿਊਜ਼ੀਲੈਂਡ 'ਚ ਬੈਠਾ, ਚਾਹੇ ਜਿੱਥੇ ਮਰਜ਼ੀ, ਉਹ ਅੰਦੋਲਨ ਦਾ ਪਾਰਟ ਬਣ ਗਿਆ ਹੁੰਦਾ ਪੂਰੀ ਦੇ ਪੂਰਾ। ਔਰ ਇਕੱਲਾ ਅੰਦੋਲਨ ਦਾ ਪਾਰਟ ਹੁਣੇ ਪੰਜਾਬੀਆਂ ਦਾ ਵੀ ਨਹੀਂ ਰਿਹਾ, ਇਹ 'ਚ ਹਰਿਆਣੇ ਦੀ ਸ਼ਮੂਲੀਅਤ ਲਗਾਤਾਰ ਵੱਧ ਰਹੀ ਹੈ। ਪਹਿਲਾਂ ਕੇਵਲ ਇਹ ਸੀ ਵੀ ਲੰਗਰ ਦੇ, ਇਹਦੇ ਬਾਰੇ ਠਹਿਰ ਕੇ ਗੱਲ ਕਰਦੇ ਹਾਂ। ਅਤੇ ਤੁਸੀਂ ਉੱਥੇ ਜਾ ਕੇ ਆਏ ਹੋ, ਅਤੇ ਹੁਣ ਜਿਹੜਾ ਕੱਲ੍ਹ ਦਾ ਦਿਨ ਹੈ ਬਹੁਤ ਅਹਿਮ ਹੈ, ਉਸ ਦੇ ਉੱਤੇ ਮੈਨੂੰ ਲੱਗਦਾ ਕਾਫੀ ਕੁਛ ਨਿਰਭਰ ਕਰੂਗਾ ਕਿਉਂਕਿ ਕਾਫੀ ਦੇਰ ਦੀ ਉਹਨਾਂ ਨੇ ਸਰਕਾਰ ਨੇ ਗੱਲਬਾਤ ਦਾ ਇੱਕ ਸੱਦਾ ਦਿੱਤਾ ਹੋਇਆ, ਉਹਦੇ ਵਿੱਚ ਦੀ ਉਹਨੂੰ ਛੱਡ ਕੇ ਕੋਈ ਕਿਸਾਨਾਂ ਦਾ ਜ਼ੋਰ ਪੈ ਗਿਆ, ਉਹਨਾਂ ਨੂੰ ਛੇਤੀ ਬਣਾਉਣੇ ਪਏ। ਅਤੇ ਜਿਹੜਾ ਕੱਲ੍ਹ ਦੀ ਗੱਲ ਹੈ ਉਹਦੇ ਲਈ ਸਰਕਾਰ ਵੀ ਪਹਿਲਾਂ ਹੀ ਤਿਆਰ ਹੋਊਗੀ ਅਤੇ ਕਿਸਾਨ ਤਾਂ ਤਿਆਰ ਹੈਗੇ, ਅੱਜ ਵੀ ਮੀਟਿੰਗਾਂ ਕਰ ਰਹੇ ਨੇ ਉਹ। ਅੱਜ ਪਹਿਲਾਂ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀਆਂ ਹੋਈਆਂ, ਮਗਰੋਂ ਫਿਰ ਅੱਜ ਉਹਨਾਂ ਨੇ ਦੂਜੇ ਰਾਜਾਂ ਦੇ ਨਾਲ ਕੀਤੀ ਹੈ। ਅਤੇ ਕੱਲ੍ਹ ਦੀ ਮੀਟਿੰਗ ਤੋਂ ਸਰਕਾਰ ਤੋਂ ਕਿਸਾਨਾਂ ਨੂੰ ਕੀ ਆਸ ਹੈ? ਕਿਉਂਕਿ ਜਿਹੜੀ ਹਲੇ ਬੀਤੇ ਦਿਨ ਹੋਈ ਹੈ ਉਹਦੇ 'ਚ ਥੋੜ੍ਹੀ ਸਰਕਾਰ ਨੇ ਥੋੜ੍ਹੀ ਨਰਮੀ ਦਿਖਾਉਣੀ ਵੀ ਚਾਹੀਦੀ ਹੈ ਕਿਉਂਕਿ ਉਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਅਤੇ ਉਹਨੂੰ ਥੋੜ੍ਹੀ ਜਿਹੀ ਹੋਰ ਵੀ ਅੱਗੇ ਲਿਆਉਣ 'ਚ ਤੋਰਨੀ ਚਾਹੀਦੀ ਹੈ। ਕੀ ਆਸ ਰੱਖਦੇ ਹੋ ਕੱਲ੍ਹ ਤੋਂ? ਗੱਲ ਨਹੀਂ, ਮੈਨੂੰ ਲੱਗਦਾ ਕਿ ਸਰਕਾਰ ਦਾ ਜਿਹੜਾ ਪੁਰਾਣਾ ਐਟੀਚਿਊਡ ਹੈ ਅੰਦੋਲਨਾਂ ਬਾਰੇ, ਉਹ ਕਾਫੀ ਜ਼ਿਆਦਾ ਨੁਕਸਦਾਰ ਹੈ। ਪਹਿਲਾਂ ਦੇ ਅੰਦੋਲਨ, ਚਾਹੇ ਉਹ ਸ਼ਾਹੀਨ ਬਾਗ ਦਾ ਹੋਵੇ, ਉਹਨੂੰ ਮੁਸਲਿਮ ਅੱਤਵਾਦੀ ISI ਦੇ ਨਾਲ ਜੋੜ ਕੇ ਤੁਸੀਂ ਗੱਲ ਕੀਤੀ, ਚਾਹੇ ਉਹ ਦੇਸ਼ ਦੇ ਵੱਡੇ ਬੁੱਧੀਜੀਵੀ ਨੇ ਉਹਨਾਂ ਨੂੰ ਤੁਸੀਂ ਮਾਓਇਸਟ ਕਹਿ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ, ਚਾਹੇ ਉਹ ਜੰਮੂ ਕਸ਼ਮੀਰ ਦੇ ਵਿੱਚ ਵੀ ਅੱਤਵਾਦ ਬੰਦ ਕਰਾਂਗੇ ਅਸੀਂ, ਟੈਰਰਿਜ਼ਮ ਬੰਦ ਕਰਨ ਦੇ ਨਾਲ ਇੱਕ ਸਟੇਟ ਤੋੜ ਕੇ ਉਹਨੂੰ ਯੂਨੀਅਨ ਟੈਰੀਟਰੀ 'ਚ ਛੱਡਿਆ, ਔਰ ਇੱਥੇ ਵੀ ਖਾਲਿਸਤਾਨੀ ਹੋਣ ਦਾ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਗੋਦੀ ਮੀਡੀਆ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਦੇ ਥਰੂ, ਪਰ ਉਹ ਚਿਪਕਿਆ ਨਹੀਂ ਕਿਸਾਨੀ ਦੇ ਨਾਲ ਕਿਉਂਕਿ ਕਿਸਾਨੀ ਇੱਕ ਅਲੱਗ ਟਾਈਪ ਦਾ ਇੱਕ ਤਬਕਾ ਹੈ ਅਤੇ ਅਲੱਗ ਟਾਈਪ ਦੀ ਡਿਮਾਂਡ 'ਤੇ ਉਹ ਆਇਆ ਹੋਇਆ। ਔਰ ਇਸ ਕਰਕੇ ਸਰਕਾਰ ਨੂੰ ਥੋੜ੍ਹਾ ਜਿਹਾ ਪਿੱਛੇ ਹਟਣਾ ਪਿਆ, ਨਹੀਂ ਤਾਂ ਸ਼ਾਇਦ ਪਿੱਛੇ ਹਟਣ ਦਾ ਉਹਦਾ ਰਿਵਾਜ ਨਹੀਂ ਸੀ। ਜਿਵੇਂ ਆਪਾਂ ਕਹਿੰਦੇ ਹਾਂ ਕਿ ਪਿਛਲਾ ਜਿਹੜਾ 2014 ਤੋਂ ਲੈ ਕੇ ਇੱਕ ਵਰਤਾਰਾ ਸਾਡੇ ਸਾਹਮਣੇ ਹੈ, ਪਰ ਜੇ ਇਹ 2025 ਨਵੰਬਰ ਤੋਂ ਪਹਿਲਾਂ
ਇਹੀ ਗੱਲਬਾਤ ਹੁੰਦੀ। 13 ਨਵੰਬਰ ਨੂੰ ਬੇਸਟਾ ਰਹੀ ਗੱਲਬਾਤ ਤੇ 3 ਦਸੰਬਰ ਰੱਖਤਾ ਉਹਨਾਂ ਨੇ। ਜੇ 25 ਨਵੰਬਰ ਤੋਂ ਪਹਿਲਾਂ ਹੁੰਦੀ, ਸ਼ਾਇਦ ਜਿਹੜੀਆਂ ਗੱਲਾਂ ਹੁਣ ਸਰਕਾਰ ਨੇ ਕੀਤੀਆਂ ਨੇ, ਕੱਲ੍ਹ ਕਿਹਾ ਸੌਦਾ ਮੰਨਣ ਲਈ ਤਿਆਰ ਹਾਂ, ਇਹਦੇ ਨੇੜੇ ਤੇੜੇ ਗੱਲ ਮੰਨ ਵੀ ਜਾਂਦੇ ਕਿਸਾਨ। ਹੁਣ ਕੀ ਹੋ ਗਿਆ, ਇੰਨੇ ਦਿਨਾਂ ਦੇ ਵਿੱਚ 26 ਤੋਂ ਬਾਅਦ ਅੰਦੋਲਨ ਦਾ ਦਾਇਰਾ ਐਡਾ ਵੱਡਾ ਹੋ ਗਿਆ ਕਿ ਉਹ ਕਿਸਾਨ ਲੀਡਰਾਂ ਦੇ ਵੱਸ 'ਚ ਨਹੀਂ ਹੈ। ਅੰਦੋਲਨ ਦਾ ਦਾਇਰਾ ਕਿਸਾਨ ਲੀਡਰਾਂ, ਜਥੇਬੰਦੀਆਂ ਤੇ ਸਰਕਾਰਾਂ ਤੋਂ ਵੱਡਾ ਹੋ ਚੁੱਕਿਆ। ਇਸ ਕਰਕੇ ਹੁਣ ਜਿਹੜੇ ਕਿਸਾਨ ਜਾਂਦੇ ਵੀ ਨੇ ਗੱਲਬਾਤ ਦੇ ਵਿੱਚ, ਉਹ ਕਲੀਅਰ ਕੱਟ ਕਹਿ ਕੇ ਆਉਂਦੇ ਨੇ ਕਿ ਸਾਡੇ ਜਿਹੜੇ ਬੰਦੇ ਉੱਥੇ ਬੈਠੇ ਹੋਏ ਨੇ, ਇਹ ਬਿੱਲਾਂ ਨੂੰ, 3 ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਿਨਾਂ ਇੱਧਰ ਕੋਈ ਸਮਝੌਤੇ ਦੇ ਅਸਾਰ ਹੀ ਹੈ ਨਹੀਂ। ਸਰਕਾਰ ਨੇ ਆਪ ਉਹਨਾਂ ਲੀਡਰਾਂ ਦੀ ਬੁੱਕਤ ਖਤਮ ਕੀਤੀ ਹੈ। ਸਗੋਂ ਜਦੋਂ ਤੁਸੀਂ ਸਮਝੌਤੇ ਕਰਨਾ ਚਾਹੁੰਦੇ ਹੋ ਤਾਂ ਲੀਡਰਾਂ ਦੀ ਇੱਜ਼ਤ ਬਣਾ ਕੇ ਉਹਨਾਂ ਕੋਲ ਅਥਾਰਟੀ ਤੁਹਾਨੂੰ ਦੇਣੀ ਪੈਂਦੀ ਹੈ। ਔਰ ਇਸ ਕਰਕੇ ਇਹ ਜਿਵੇਂ ਜਿਵੇਂ ਅੱਗੇ ਵਧੀ ਜਾ ਰਿਹਾ, ਤਿਵੇਂ ਤਿਵੇਂ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ। ਔਰ ਅੱਜ ਸਰਕਾਰ ਇੱਥੇ ਆਈ ਹੈ ਕਿ ਹਾਂ ਇੰਨੇ ਤੇ ਅਸੀਂ ਸਹਿਮਤ ਹਾਂ, ਤੇ ਮੈਨੂੰ ਨਹੀਂ ਲੱਗਦਾ ਕਿ ਸਹਿਮਤੀ ਬਣੇਗੀ। ਇਹਦੇ ਤੇ ਤਾਂ ਸਹਿਮਤੀ ਨਹੀਂ ਬਣੇਗੀ। ਕਿਸਾਨ ਜਥੇਬੰਦੀਆਂ ਕੱਲ੍ਹ ਕਲੀਅਰ ਕਹਿ ਕੇ ਆਈਆਂ ਨੇ। ਕੱਲ੍ਹ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਹੁਣ ਇਕੱਲੇ ਪੰਜਾਬ ਵਾਲੇ ਨਹੀਂ ਹੈ, 15 ਹੋਰਾਂ ਸੂਬਿਆਂ ਦੇ ਆਗੂ ਵੀ ਨੇ। 15 ਹੋਰਾਂ ਸੂਬਿਆਂ ਦੇ ਆਗੂ ਹੁਣ ਕੀ ਮੰਗ ਕਰ ਰਹੇ ਨੇ? ਉਹ ਕਹਿ ਰਹੇ ਨੇ ਵੀ ਜਿਵੇਂ ਝੋਨੇ ਤੇ ਕਣਕ ਤੇ ਉੱਤੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਰੰਟੀ ਹੈ, ਬਾਕੀ ਸੂਬਿਆਂ ਲਈ ਵੀ ਖਰੀਦ ਦੀ ਗਰੰਟੀ ਦਾ ਇੱਕ ਘੱਟੋ ਘੱਟ ਸਮਰਥਨ ਮੁੱਲ ਦਾ ਕਾਨੂੰਨ ਬਣਾਓ। ਤੇ ਹੁਣ ਮੈਨੂੰ ਇਹ ਦੱਸੋ ਵੀ ਪੰਜਾਬ 'ਚ ਤਾਂ ਅੰਦੋਲਨ ਕਾਫੀ ਭਖਿਆ ਹੋਇਆ, ਪੰਜਾਬੀਆਂ ਨੇ ਦਿੱਲੀ 'ਚ ਵੀ ਭਖਾਤਾ, ਤੇ ਬਾਕੀ ਦੇਸ਼ ਦੇ ਬਾਕੀ ਹਿੱਸਿਆਂ 'ਚ ਇਹਦਾ ਕੀ ਪ੍ਰਭਾਵ ਪੈ ਰਿਹਾ? ਇਸ ਅੰਦੋਲਨ ਨੇ ਖਾਸ ਤੌਰ ਤੇ ਜਿਹੜੀਆਂ 26-27 ਤਰੀਕ ਨੂੰ ਉਹ ਵੱਡੇ ਵੱਡੇ ਬੈਰੀਕੇਡ ਲਾਏ, ਜਿਹੜੇ ਚੀਨ ਤੇ ਪਾਕਿਸਤਾਨ ਦੀ ਸਰਹੱਦਾਂ ਤੇ ਵੀ ਨਹੀਂ ਤੁਸੀਂ ਲਾਉਂਦੇ, ਕੰਡਿਆਲੀਆਂ ਤਾਰਾਂ, ਸੰਗਲ, ਕਰੇਨਾਂ, ਉਹ ਜਿਸ ਢੰਗ ਨਾਲ ਟੁੱਟ ਕੇ ਅੱਗੇ ਗਈਆਂ, ਉਹਨੇ ਹਰਿਆਣਾ ਤਾਂ ਖੜਾ ਕੀਤਾ ਹੀ ਹੈ ਪੂਰੇ ਦਾ ਪੂਰਾ। ਹਰਿਆਣੇ ਦਾ ਇੱਕ ਗਰੁੱਪ ਨੇ ਪਹਿਲੇ ਤੋੜੇ ਉਹ 3 ਜਿਹੜੇ ਰਸਤੇ ਦੀਆਂ ਰੁਕਾਵਟਾਂ ਸੀ। ਉਦੋਂ ਬਾਅਦ ਪੰਜਾਬ ਵਾਲੇ ਗਏ, ਉੱਥੋਂ ਹੀ ਤਾਂ ਨਜ਼ਰ ਆ ਰਿਹਾ ਹੈ। ਸਾਰੀ ਲੀਡਰਸ਼ਿਪ ਨੇ ਫੈਸਲਾ ਕੀਤਾ ਸੀ, ਚਾਹੇ 30 ਜਥੇਬੰਦੀਆਂ ਨੇ, ਚਾਹੇ ਉਗਰਾਹਾਂ ਗਰੁੱਪ ਹੈ, ਚਾਹੇ ਜਿਹੜਾ ਮਰਜੀ, ਕਿ ਜਿੱਥੇ ਰੋਕ ਲੈਣਗੇ ਆਪਾਂ ਉੱਥੇ ਧਰਨੇ ਦੇਣੇ ਨੇ। ਨੌਜਵਾਨ ਅੱਗੇ ਵੱਧ ਗਏ, ਉਹ ਕਹਿੰਦੇ ਵੀ ਨਹੀਂ ਹੁਣ ਰੋਕਣ ਦਾ ਕੁਐਸਚਨ ਨਹੀਂ, ਦਿੱਲੀ ਜਾਣਾ ਤੇ ਦਿੱਲੀ ਜਾਣਾ ਹੈ। ਤੇ ਆਗੂ ਪਿੱਛੇ ਗਏ ਨੇ ਲੋਕਾਂ ਦੇ। ਹੁਣ ਇਹ ਮਤਲਬ ਇਹਦੀ ਅਗਵਾਈ ਲੋਕ ਸਮੁੱਚੇ ਤੌਰ ਤੇ ਕਰਦੇ ਨਜ਼ਰ ਆ ਰਹੇ ਨੇ ਲੀਡਰਾਂ ਦੇ ਨਾਲ, ਖਾਸ ਤੌਰ ਤੇ ਨੌਜਵਾਨ ਤਬਕਾ। ਹਾਂ ਉਹ ਤਾਂ ਹੈ ਹੀ ਹੈ, ਕਿਉਂਕਿ ਉਹ ਤਾਂ ਕੰਮ ਨੌਜਵਾਨ ਨਹੀਂ ਕੀਤਾ ਜਿਹੜਾ ਵੀ ਸਾਰਾ। ਹਾਂ ਪਰ ਇਹਨੇ ਫਿਰ ਕੀ ਕੀਤਾ ਹੈ, ਇੱਕ ਤਾਂ ਹਰਿਆਣੇ ਨੂੰ ਤੇ ਪੰਜਾਬ ਦੀ ਜਿਹੜੇ ਟਕਰਾਅ ਸੀ ਉਹਨਾਂ ਨੂੰ ਪਾਸੇ ਛੱਡ ਕੇ ਉਹਦੀ ਇਕਜੁੱਟਤਾ। ਤੁਸੀਂ ਉੱਥੇ ਮਾਹੌਲ ਦੇਖਣ ਵਾਲਾ ਕਿ ਇੱਥੇ ਖਾਲਸੇ ਦੀ ਗੱਲ ਹੋ ਰਹੀ ਆ, ਉੱਥੇ 2 ਕਦਮਾਂ ਤੇ ਹੁੱਕੇ ਲਈ ਬੈਠੇ ਨੇ ਬਾਬੇ ਆਲੇ ਦੁਆਲੇ। ਹੁੱਕੇ ਦੇ ਵਿੱਚ ਕੋਈ ਕਿਸੇ ਨੂੰ ਕਿਸੇ ਦੀ ਗੱਲ ਦਾ ਉਹ ਨਹੀਂ ਹੈ। ਔਰ ਇਹਦੇ ਨਾਲ ਕੀ ਹੋਇਆ, ਔਰ ਹਰਿਆਣੇ ਦੀਆਂ ਖਾਪਾਂ ਨੇ ਫੈਸਲੇ ਕਰ ਲਏ। 2 ਦਿਨ ਤੋਂ ਹੁਣ ਖਾਪਾਂ ਦੇ ਟਰੈਕਟਰ ਟਰਾਲੀਆਂ ਆ ਰਹੀਆਂ ਨੇ, ਮੂਹਰੇ ਬੈਨਰ ਲਾ ਕੇ ਫਲਾਨੀ ਖਾਪ ਉਹ ਵੱਧ ਰਿਹਾ ਹੈ। ਤੇ ਯੂਪੀ ਦੇ ਵਿੱਚੋਂ ਫਾਰਮਰ ਬਾਰਡਰ ਤੇ ਆ ਗਏ ਨੇ। ਅੱਜ ਮੱਧ ਪ੍ਰਦੇਸ਼ ਚੋਂ 150 ਟਰਾਲੀ ਨੇ ਆ ਕੇ ਦੂਸਰਾ ਪਾਸਾ ਘੇਰ ਲਿਆ। ਕਰਨਾਟਕਾ ਚੋਂ ਫਾਰਮਰ ਚੱਲ ਪਏ ਨੇ। ਔਰ ਕਿੰਨੀਆਂ ਸੂਬਿਆਂ ਦੇ ਵਿੱਚੋਂ ਹੁਣ ਫਾਰਮਰ ਦਿੱਲੀ, ਕਿਸਾਨ ਜਿਹੜੇ ਨੇ ਉਹ ਦਿੱਲੀ ਘੇਰਨ ਉਸ ਰੂਪ ਦੇ ਵਿੱਚ ਆ ਚੁੱਕੇ ਨੇ ਔਰ ਆ ਰਹੇ ਨੇ। ਹੁਣ ਐਡੇ ਵੱਡੇ ਹਜੂਮ ਨਾਲ ਸਰਕਾਰ ਸਾਹਮਣੇ 2 ਹੀ ਆਪਸ਼ਨਾਂ ਨੇ। ਇੱਕ, ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰਨਾ ਜਾਂ ਵਾਪਸ ਲੈਣਾ ਤੁਰੰਤ। ਦੂਜਾ, ਉਹਨਾਂ ਤੇ ਤਸ਼ੱਦਦ ਕਰਨਾ। 2 ਹੀ ਰਸਤੇ ਨੇ। ਤਾਨਾਸ਼ਾਹੀ ਐਟੀਟਿਊਡ ਸਰਕਾਰ ਲੈਂਦੀ ਹੈ ਕਿ ਇਹਨੂੰ ਘੇਰ ਕੇ ਕਾਰਡਨ ਕਰਕੇ ਇਹਦੀਆਂ ਸਾਰੀਆਂ ਸਹੂਲਤਾਂ ਪਿੱਛੋਂ ਕੱਟ ਕੇ ਤੇ ਤੁਸੀਂ ਉਸ ਲੈਵਲ ਦੀ ਫੌਜ ਦਾ ਸਾਹਮਣਾ ਕਰ ਦਿਓ। ਮਾੜੀ ਮੋਟੀ ਪੁਲਿਸ ਵਾਲਾ ਕੰਮ ਨਹੀਂ ਹੈ ਲੱਖਾਂ ਬੰਦਿਆਂ ਲਈ, ਹੁਣ ਨਾ ਕੋਈ ਇਸ ਲੈਵਲ ਦੀ ਗੱਲ ਹੈ। ਇਹਨਾਂ 'ਚੋਂ ਸਰਕਾਰ ਸਾਹਮਣੇ ਆਪਸ਼ਨ ਕੀ ਹੈ, ਸਰਕਾਰ ਨੇ ਡਿਸਾਈਡ ਕਰਨਾ। ਜਿੱਡੇ ਵੱਡੇ ਪੱਧਰ ਤੇ ਅੰਦੋਲਨ ਦਾ ਦਾਇਰਾ ਵੱਧਦਾ ਜਾ ਰਿਹਾ, ਬਲਕਿ ਇੰਟਰਨੈਸ਼ਨਲ ਫੇਮ ਦਾ ਅੰਦੋਲਨ ਬਣ ਗਿਆ। ਤੁਸੀਂ ਦੇਖਦੇ ਹੋ ਕੈਨੇਡਾ ਤੋਂ ਬਾਕੀ ਜਗ੍ਹਾ ਵੱਡੇ ਵੱਡੇ ਲੀਡਰ ਜਵਾਬ ਦੇ ਰਹੇ ਨੇ ਨਾ। ਅੱਜ ਤਾਂ ਕੈਨੇਡਾ ਦਾ ਜਿਹੜਾ ਹਾਈ ਕਮਿਸ਼ਨਰ ਹੈ ਇੰਡੀਆ 'ਚ, ਉਹਨੂੰ ਵੀ ਸਰਕਾਰ ਨੇ ਤਲਬ ਕਰਕੇ ਉਹਦੀ ਲਾਪਾ ਕੀਤੀ ਵੀ ਤੂੰ ਸਾਡੇ ਮਾਮਲਿਆਂ 'ਚ ਦਖਲ ਨਾ ਦਿਓ। ਨਹੀਂ, ਇਹ ਕਹਿੰਦੇ ਨੇ ਸਾਡੇ ਮਾਮਲੇ 'ਚ। ਸਾਡਾ ਪ੍ਰਧਾਨ ਮੰਤਰੀ ਉੱਧਰ ਜਾ ਕੇ ਕਹਿੰਦਾ ਅਬਕੀ ਵਾਰ ਟਰੰਪ ਸਰਕਾਰ। ਇਹਨਾਂ ਨੂੰ ਨਹੀਂ ਦਖਲ ਦਿਖਾਈ ਦਿੰਦਾ ਕਿ ਦੂਜੇ ਪਾਸੇ ਉਹ ਤਾਂ ਫਿਰ ਵੀ ਲੋਕ ਹਿੱਤਾਂ ਦਾ ਸਵਾਲ ਹੈ, ਉਹ ਤਾਂ ਫਿਰ ਵੀ ਮਤਲਬ ਇੱਕ ਲੈਵਲ ਦਾ ਡੈਮੋਕ੍ਰੇਸੀ ਦਾ ਸਵਾਲ ਹੈ, ਮਨੁੱਖੀ ਅਧਿਕਾਰਾਂ ਦਾ ਸਵਾਲ ਤੇ ਉਹ ਗੱਲ ਕਰ ਰਹੇ ਨੇ। ਤੇ ਤੁਸੀਂ ਤਾਂ ਜੋ ਮਰਜ਼ੀ ਕਹਿ ਸਕਦੇ ਹੋ ਕਿਤੇ ਵੀ ਜਾ ਕੇ। ਉੱਥੇ ਜਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਹਿੰਦੁਸਤਾਨ ਦੇ ਬਾਕੀ ਪ੍ਰਧਾਨ ਮੰਤਰੀਆਂ ਨੂੰ ਨਿੰਦ ਸਕਦੇ ਹੋ, ਕਿਸੇ ਕਮਿਊਨਿਟੀ ਨੂੰ ਨਿੰਦ ਸਕਦੇ ਹੋ, ਕਿਸੇ ਨੂੰ ਜੋ ਮਰਜ਼ੀ ਕਰ ਸਕਦੇ ਹੋ। ਇਸ ਲਈ ਇਹ ਗੱਲਾਂ ਕਰਨ ਨਾਲ ਜੋ ਮਰਜ਼ੀ ਕੀਤਾ ਜਾਏ, ਪਰ ਉਹ ਸਪੋਰਟ ਵਾਪਸ ਨਹੀਂ ਹੁੰਦੀ। ਸਪੋਰਟ ਸਾਹਮਣੇ ਆ ਚੁੱਕੀ ਹੈ। ਇਹ ਮੇਰਾ ਖਿਆਲ ਹੈ ਹੁਣ ਸਰਕਾਰ ਦੇ ਸਾਹਮਣੇ ਇੱਕ ਗੱਲ ਬਣ ਗਈ ਹੈ। ਸਰਕਾਰ ਇਹ ਮੰਨ ਚੁੱਕੀ ਹੈ ਕਿ ਸਾਨੂੰ ਪਿੱਛੇ ਹਟਣਾ ਪਏਗਾ। ਪਿੱਛੇ ਨਾ ਹਟਣ ਦਾ ਇੱਕੋ ਇੱਕ ਰੀਜਨ ਹੋ ਗਿਆ ਕਿ ਇਹਦੇ ਨਾਲ ਪ੍ਰਧਾਨ ਮੰਤਰੀ ਦਾ ਔਰਾ ਖਤਮ ਹੁੰਦਾ ਹੈ। ਕਿ ਇਹਨਾਂ ਨੇ ਨੋਟਬੰਦੀ ਕੀਤੀ, ਲੋਕਾਂ ਦਾ ਘਾਣ ਹੋਇਆ, ਫਿਰ ਵੀ ਵਾਪਸ ਨਹੀਂ ਹੋਏ। ਇਹਨਾਂ ਨੇ GST ਕੀਤੀ, ਲੋਕਾਂ ਦਾ ਨੁਕਸਾਨ ਹੋਇਆ, ਫਿਰ ਵੀ ਵਾਪਸ ਨਹੀਂ ਹੋਏ। ਇਹਨਾਂ ਨੇ ਸ਼ਾਹੀਨ ਬਾਗ ਦੇ ਵਿੱਚ ਐਡਾ ਵੱਡਾ ਅੰਦੋਲਨ ਚੱਲਿਆ, ਕਿਸੇ ਨੂੰ ਗੱਲਬਾਤ ਲਈ ਨਹੀਂ ਮਿਲਿਆ। ਇਹ ਜਿਹੜਾ ਇੱਕ
ਮਜ਼ਬੂਤ ਲੀਡਰ ਦਾ ਇੱਕ ਅਕਸ ਬਣਿਆ। ਉਹ ਮਜ਼ਬੂਤ ਲੀਡਰ ਹਿੱਲ ਰਿਹਾ ਹੈ। ਅੱਧਾ ਹਿੱਲ ਚੁੱਕਿਆ, 40% ਤਾਂ ਇਹਦੇ ਨਾਲ ਹੀ ਹਿੱਲ ਗਿਆ। ਜਦੋਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੈਨ ਕਾਰਡ ਦੀ ਬਜਾਏ ਰਜਿਸਟ੍ਰੇਸ਼ਨ ਦੇਵਾਂਗੇ, ਜਦੋਂ ਤੁਸੀਂ ਕਹਿੰਦੇ ਹੋ ਉੱਥੇ ਵੀ ਟੈਕਸ ਲਾਵਾਂਗੇ ਪ੍ਰਾਈਵੇਟ ਮੰਡੀ 'ਤੇ ਵੀ ਜੋ APMC 'ਚ ਲੱਗਦਾ, ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ SDM ਦੀ ਬਜਾਏ ਅਸੀਂ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਕਿਤੇ ਵੀ ਜਾਣ ਦੀ ਇਜਾਜ਼ਤ ਦੇ ਸਕਦੇ ਹਾਂ, ਜਦੋਂ ਤੁਸੀਂ ਇਹ ਚੀਜ਼ਾਂ ਸਾਰੀਆਂ ਕਰਨ ਲੱਗੇ ਨਾ ਜਿਹੜੀਆਂ ਪਹਿਲਾਂ ਕਿਸਾਨ ਉਠਾ ਰਿਹਾ ਸੀ, ਹੁਣ ਕਿਸਾਨ ਨੇ ਇਹ ਗੱਲ ਉਠਾਈ ਹੈ ਮੇਨਲੀ ਆਗੂਆਂ ਨੇ ਕਿ ਇਹ ਗੈਰ ਸੰਵਿਧਾਨਕ ਹੈ। ਉਹਨਾਂ ਨੇ ਆਪਣੇ ਬਾਹਰ ਲਿਆਂਦੇ ਹੋਏ ਸੀ, ਉਹ ਕਹਿੰਦੇ ਗੈਰ ਸੰਵਿਧਾਨਕ ਹੈ, ਤੁਸੀਂ ਸੁਪਰੀਮ ਕੋਰਟ ਕਿਉਂ ਨਹੀਂ ਜਾਂਦੇ? ਪਰ ਜੇਕਰ ਸੁਪਰੀਮ ਕੋਰਟ ਜਾਣ ਦਾ ਕੁਐਸਚਨ ਹੈ, ਉਹ ਕਹਿ ਰਹੇ ਨੇ ਫਾਰਮਰ ਦਾ, ਕਿਸਾਨ ਦਾ ਇਹ ਲੌਜਿਕ ਹੈ, ਦਲੀਲ ਹੈ ਕਿ ਤੁਸੀਂ ਜੰਮੂ ਕਸ਼ਮੀਰ ਦੀ ਸਟੇਟ ਤੋੜਤੀ, ਯੂਨੀਅਨ ਟੈਰੀਟਰੀ ਬਣਾਤੀ। ਉਹ ਤਾਂ ਸੁਪਰੀਮ ਕੋਰਟ ਗਏ ਹੋਏ ਨੇ, ਪਟੀਸ਼ਨ ਤੇ ਸੁਣਵਾਈ ਉਹ ਨਹੀਂ ਹੋ ਰਹੀ। ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਤੁਸੀਂ ਵਿਧਾਨ ਪਾਲਿਕਾ 'ਚ ਜੋ ਮਰਜ਼ੀ ਕਰ ਦੋਗੇ ਤੇ ਉਦੋਂ ਬਾਅਦ ਕਿਸੇ ਨੂੰ ਕਹੋਗੇ ਤੁਸੀਂ ਸੁਪਰੀਮ ਕੋਰਟ ਚਲੇ ਜਾਓ। ਜੇ ਤੁਸੀਂ ਲੌਜਿਕ 'ਚ ਹਾਰ ਗਏ ਹੋ, ਜੇ ਤੁਹਾਨੂੰ ਦਲੀਲ ਦੇ ਤੌਰ ਤੇ ਉਹਨਾਂ ਨੇ ਲਾਜਵਾਬ ਕਰਤਾ ਹੈ, ਤਾਂ ਤੁਹਾਨੂੰ ਪਿੱਛੇ ਹਟਣ 'ਚ ਪ੍ਰੋਬਲਮ ਕੀ ਹੈ? ਜੇ ਡੈਮੋਕ੍ਰੇਸੀ ਹੈ, ਜਮਹੂਰੀਅਤ ਹੈ, ਜਮਹੂਰੀਅਤ 'ਚ ਲੋਕ ਸਭ ਤੋਂ ਸੁਪਰੀਮ ਨੇ, ਔਰ ਇੰਨੀ ਵੱਡੀ ਗਿਣਤੀ ਜੀ ਤੇ ਤੁਸੀਂ ਉਹ ਕਾਨੂੰਨ ਲਾਗੂ ਕਰ ਰਹੇ ਹੋ, ਉਹ ਕਹਿ ਰਹੇ ਨੇ ਕਿ ਸਾਨੂੰ ਇਹ ਨਹੀਂ ਚਾਹੀਦੇ, ਤਾਂ ਤੁਹਾਡੀ ਗ੍ਰੇਟਨੈਸ ਇਸ ਗੱਲ ਸੀ ਕਿ ਤੁਸੀਂ ਵਾਪਸ ਕਰ ਲੈਂਦੇ। ਤੁਸੀਂ ਤਾਨਾਸ਼ਾਹ ਐਟੀਟਿਊਡ ਦਾ ਮਤਲਬ ਡੈਮੋਕ੍ਰੇਸੀ ਨਹੀਂ ਹੁੰਦਾ, ਜਮਹੂਰੀਅਤ ਨਹੀਂ ਹੁੰਦਾ। ਤੁਸੀਂ ਉਸ ਪਾਸੇ ਨਾ ਵਧਾਓ ਗੱਲ ਨੂੰ, ਔਰ ਇਹਦੇ ਨਾਲ ਇਮੇਜ ਖਰਾਬ ਨਹੀਂ ਹੁੰਦਾ। ਇਮੇਜ ਖਰਾਬ ਉਦੋਂ ਹੋਊਗਾ ਜਦੋਂ ਫਿਰ ਇੱਕ ਵੱਡੇ ਕਿਤੇ ਇਹ ਅੰਦੋਲਨ ਹੋ ਸਕਦਾ, ਸੰਭਵ ਹੈ ਕਿ ਜਿਵੇਂ ਬਿਹਾਰ ਦੇ ਵਿਦਿਆਰਥੀਆਂ ਦੀ ਬੇਰੁਜ਼ਗਾਰੀ ਦਾ ਅੰਦੋਲਨ ਸੀ, ਉਦੋਂ ਬਾਅਦ ਉਹ JP ਦੀ ਮੂਵਮੈਂਟ ਦੇ ਰੂਪ ਦੇ ਵਿੱਚ ਅੱਗੇ ਆ ਗਿਆ। ਇੰਦਰਾ ਗਾਂਧੀ ਆਪਦੀ ਜਿੱਤ ਤੇ ਅੜੀ ਰਹੀ ਤੇ ਉਹਨੇ ਐਮਰਜੈਂਸੀ ਲਾਤੀ 75 ਦੇ ਵਿੱਚ, ਵੱਡੇ ਸਾਰੇ ਆਗੂਆਂ ਨੂੰ ਚੱਕ ਕੇ ਜੇਲ੍ਹਾਂ 'ਚ ਸੁੱਟਤਾ। ਤੇ ਇਸ ਵਾਰ ਵੀ ਜੇ ਦੇਸ਼ ਪੱਧਰ ਤੇ ਇਸ ਲੈਵਲ ਦਾ ਮਾਹੌਲ ਬਣਦਾ ਹੈ, ਤਾਂ ਇਦੋਂ ਬਾਅਦ ਪੋਲਿਟਿਕਸ ਵੀ ਚੇਂਜ ਹੋ ਸਕਦੀ ਹੈ ਤੇ ਸਰਕਾਰ ਵੀ ਗੱਦੀ ਤੋਂ ਲੈ ਸਕਦੀ ਹੈ। ਫਿਰ ਅਗਲਾ ਸਵਾਲ ਪੋਲੀਟੀਕਲ ਸਵਾਲ ਪੈਦਾ ਹੋ ਜਾਏਗਾ। ਮੈਂ ਇਸ ਤੇ ਇਹੀ ਪੁੱਛਣਾ ਵੀ ਜੇ ਗੱਲਬਾਤ ਸਿਰੇ ਨਹੀਂ ਲੱਗਦੀ ਤਾਂ ਕੀ ਹਾਲਾਤ ਹੋਣਗੇ? ਫਿਰ ਕੋਈ ਹਾਲਾਤ, ਮੈਨੂੰ ਲੱਗਦਾ ਜੇ ਗੱਲਬਾਤ ਸਿਰੇ ਨਹੀਂ ਲੱਗਦੀ, ਸਪੋਜ਼ ਕਰੋ ਕੱਲ੍ਹ ਨੂੰ ਵੀ ਕੁਝ ਨਹੀਂ ਹੁੰਦਾ, ਤਾਂ ਕਿਸਾਨਾਂ ਨੇ ਵੀ ਇਹੀ ਕਹਿਣਾ ਵੀ ਸਾਨੂੰ ਬਾਰ-ਬਾਰ ਕਿਉਂ ਬੁਲਾਈ ਜਾਂਦੇ ਹੋ? ਜੇ ਗੱਲ ਨਹੀਂ ਤੇ ਗਵਰਨਮੈਂਟ ਆਫ ਇੰਡੀਆ ਕੋਲ ਵੀ ਕੁਝ ਕਹਿਣ ਨੂੰ ਨਹੀਂ ਹੋਏਗਾ। ਇਟ ਮੀਨ ਜੋ ਉੱਥੇ ਬੈਠੇ ਰਹਿਣਗੇ, ਜਿਹੜਾ ਉੱਥੇ ਮੂਡ ਹੁਣ ਡਿਵੈਲਪ ਹੋ ਰਿਹਾ, ਉਹ ਕਣਕ ਬੀਜ ਕੇ ਗਏ ਨੇ 2-3 ਮਹੀਨੇ, ਕੋਈ ਪ੍ਰੋਬਲਮ ਨਹੀਂ ਹੈ। ਅਗਲੀ ਗੱਲ ਇਹ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਉੱਥੇ ਮਨਾਇਆ ਹੈ, ਔਰ ਇਹ ਸੰਭਵ ਹੈ ਕਿ ਉਹ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦੇ, ਇਹ ਦਸੰਬਰ ਦਾ ਮਹੀਨਾ ਸਿੱਖੀ ਦੇ ਵਿੱਚ ਸ਼ਹੀਦੀ ਦਾ ਮਹੀਨਾ ਮੰਨਿਆ ਜਾਂਦਾ ਹੈ, ਔਰ ਇਹ ਹੁਣੇ ਅਗਲੇ ਦਿਨਾਂ 'ਚ ਸ਼ੁਰੂ ਹੋ ਜਾਣਾ। ਚਮਕੌਰ ਸਾਹਿਬ ਤੋਂ ਗੁਰੂ ਦੀ ਯਾਤਰਾ, ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋਏ ਨੇ, ਛੋਟੇ ਉੱਥੇ ਨੀਹਾਂ 'ਚ ਚਿਣੇ ਗਏ ਨੇ। ਇਹ ਬਹੁਤ ਇੱਕ ਜਜ਼ਬਾਤੀ ਮਹੀਨਾ ਹੁੰਦਾ ਹੈ, ਔਰ ਜੇ ਇਹ ਸਾਰਾ ਮਹੀਨਾ ਉੱਥੇ ਮਨਾਉਂਦੇ ਨੇ ਪੰਜਾਬ ਦੇ ਕਿਸਾਨ, ਔਰ ਇਹ ਬਹੁਤ ਵੱਡਾ ਇੱਕ ਮਤਲਬ ਭਾਵਕ ਵੀ ਹੈ ਤੇ ਲੌਜੀਕਲ ਤਰੀਕੇ ਦਾ ਵੀ ਉੱਥੇ ਜਾਏਗਾ। ਉਹ ਉੱਠ ਕੇ ਨਹੀਂ ਆਉਣਗੇ ਇਸ ਤਰੀਕੇ ਦੇ ਨਾਲ, ਤੇ ਉੱਠ ਕੇ ਨਹੀਂ ਆਉਣਗੇ ਤਾਂ ਉਹਨਾਂ ਨੂੰ ਉਠਾਉਣਾ ਤਾਂ ਕਿਵੇਂ ਪਊਗਾ? ਜਾਂ ਗੱਲਬਾਤ ਲਈ ਉਠਾਉਣਾ ਪਊਗਾ, ਤੁਸੀਂ ਕੁਝ ਮੰਨ ਕੇ ਉਠਾਓਗੇ ਜਾਂ ਫਿਰ ਤਸੱਦਦ ਕਰਕੇ ਉਠਾਓਗੇ। ਹੋਰ ਕੋਈ ਰਸਤਾ ਹੀ ਨਹੀਂ। ਜਿਵੇਂ ਪਹਿਲਾਂ ਕਿਹਾ, ਸਰਕਾਰ ਸਾਹਮਣੇ ਆਪਸ਼ਨਾਂ ਘਟਦੀਆਂ ਜਾ ਰਹੀਆਂ ਨੇ, ਇਦੋਂ ਬਿਨਾਂ ਕੋਈ ਇਹ ਨਹੀਂ। ਪਰ ਹੁਣ ਸਪੋਰਟ ਇਹ ਮਿਲ ਗਈ ਉਹਨਾਂ ਤੇ, ਖਾਲਿਸਤਾਨੀ ਹੋਣ ਦਾ ਠੱਪਾ ਤੁਸੀਂ ਲਾ ਨਹੀਂ ਸਕਦੇ, ਕਿਉਂਕਿ ਉੱਥੇ ਹਰਿਆਣੇ ਵਾਲਾ ਵੀ ਬੰਦਾ ਬੈਠਾ ਹੈ, ਉੱਥੇ ਮੱਧ ਪ੍ਰਦੇਸ਼ ਦਾ ਵੀ ਬੈਠਾ ਹੈ, ਕਰਨਾਟਕ ਦਾ, ਯੂਪੀ ਦਾ, ਸਾਰੇ ਆ ਕੇ ਦਿੱਲੀ ਘੇਰ ਰਹੇ ਨੇ। ਇਸ ਲਈ ਕੋਈ ਇੱਕ ਗੱਲ ਨਹੀਂ ਤੁਸੀਂ ਕਰ ਸਕਦੇ। ਜਿਹੜੀ ਗੱਲ 'ਚ BJP ਮਾਹਰ ਸੀ ਕਿ ਇੱਕ ਬਲੇਮ ਲਾ ਕੇ, ਲੈਵਲ ਲਾ ਕੇ ਇਹਨੂੰ ਆਈਸੋਲੇਟ ਕਰ ਦਿਓ, ਗੋਦੀ ਮੀਡੀਆ ਦੇ ਰਾਹੀਂ ਤੁਸੀਂ ਪੂਰਾ ਜ਼ਿਆਦਾ ਪ੍ਰਚਾਰ ਕਰ ਦਿਓ, ਉਹਨੂੰ ਨਿਖੇੜ ਦਿਓ, ਉਹ ਅਸਫਲ ਹੋ ਚੁੱਕਿਆ। ਉਹ ਢੰਗ ਚੱਲ ਨਹੀਂ ਪਾ ਰਿਹਾ, ਤੇ ਇਸ ਕਰਕੇ ਹੋਰ ਢੰਗ ਕੀ ਬਚਦਾ? ਮੈਨੂੰ ਤਾਂ ਲੱਗਦਾ ਦੋ ਹੀ ਨੇ, ਜਾਂ ਗਵਰਨਮੈਂਟ ਜਿੱਦ ਛੱਡੇ, ਇਸ ਮਾਮਲੇ ਨੂੰ ਐਮੀਕੇਬਲੀ ਨਿਪਟਾਵੇ ਆਪਸ 'ਚ ਬਹਿ ਕੇ, ਜੋ ਵੀ ਤਰੀਕਾ ਹੁੰਦਾ ਫਿਊਚਰ ਇਸੇ ਦਾ, ਜਾਂ ਫਿਰ ਸਖਤੀ ਕਰੇਗੀ। ਇਹ ਤੋਂ ਬਿਨਾਂ ਕੋਈ ਨਹੀਂ ਹੈ। ਔਰ ਦੋਨੇ ਜਿਹੜੀਆਂ ਚੀਜ਼ਾਂ ਨੇ, ਇਹ ਸਮਾਜ ਤੇ ਗਵਰਨਮੈਂਟ, ਜੇਕਰ ਸਖਤੀ ਵਾਲਾ ਮਾਹੌਲ ਹੈ, ਦੋਨਾਂ ਦੇ ਖਿਲਾਫ ਜਾਏਗਾ, ਲੋਕਾਂ ਦੇ ਵੀ ਤੇ ਸਰਕਾਰ ਦੇ ਵੀ। ਤੇ ਜੇਕਰ ਆਪਸੀ ਸਹਿਮਤੀ ਨਾਲ ਸਰਕਾਰ ਪਿੱਛੇ ਹਟ ਜਾਂਦੀ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਬਹੁਤ ਜ਼ਿਆਦਾ ਕੋਈ ਛਵੀ ਕਿਸੇ ਲੀਡਰ ਦੀ ਛਵੀ ਇੰਪੋਰਟੈਂਟ ਨਹੀਂ ਹੁੰਦੀ। ਐਡੇ ਵੱਡੇ ਦੇਸ਼, ਐਡੇ ਵੱਡੇ ਸਮਾਜ ਦੇ ਸਾਹਮਣੇ ਲੋਕ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੇ ਨੇ। ਔਰ ਜੇ ਉਹ ਵਾਪਸ ਆ ਜਾਂਦੇ ਨੇ ਤਾਂ ਠੀਕ ਹੈ, ਤੇ ਉਹ ਆਪਣਾ ਕੰਮ ਕਰਨ ਲੱਗ ਜਾਣਗੇ ਤੇ ਸਰਕਾਰ ਚੱਲਦੀ ਰਹੇਗੀ। ਨਹੀਂ ਤਾਂ ਫਿਰ ਇੱਕ ਲੋਕ ਅੰਦੋਲਨ ਕੀ ਸ਼ੇਪ ਲੈ ਲੇ ਭਵਿੱਖ ਦੇ ਵਿੱਚ, ਇਹ ਕਿਹਾ ਨਹੀਂ ਜਾ ਸਕਦਾ ਯਕੀਨ ਨਾਲ। ਕਿਉਂਕਿ ਜਦੋਂ ਲੀਡਰਸ਼ਿਪ ਸਮੁੱਚੇ ਲੋਕਾਂ ਦੇ ਹੱਥ ਆ ਜਾਂਦੀ ਹੈ, ਲੀਡਰ ਦੀ ਕਮਾਂਡ ਨਹੀਂ ਰਹਿੰਦੀ ਕਿਸੇ ਅੰਦੋਲਨ ਦੇ ਉੱਤੇ, ਤਾਂ ਉਹ ਅੰਦੋਲਨ ਹਮੇਸ਼ਾ ਹੀ ਆਪਣਾ ਵੇਗ ਆਪ ਤੈਅ ਕਰਦਾ, ਆਪਣੀ ਡਾਇਰੈਕਸ਼ਨ ਆਪ ਤੈਅ ਕਰਦਾ। ਸੋ ਦੋਸਤੋ, ਤੁਸੀਂ ਸੁਣੀਆਂ ਵੱਡਮੁੱਲੀਆਂ ਗੱਲਾਂ, ਤੇ ਉਸ ਤੋਂ ਇਹ ਸਿੱਟਾ ਇਹ ਨਿਕਲਦਾ ਹੈ ਕਿ ਸਰਕਾਰ ਕੋਲ ਸਾਰਾ ਕੁਝ ਹੈ ਦੇਣ ਨੂੰ। ਹੁਣ ਉਹ ਕਿੰਨੇ ਕਿ ਆਪਣੀ ਜੇਬ ਖੋਲ੍ਹਦੀ ਹੈ, ਹੱਥ ਖੋਲ੍ਹਦੀ ਹੈ, ਕਿਉਂਕਿ ਕਿਸਾਨਾਂ ਕੋਲ ਤਾਂ ਸਿਰਫ ਸੰਘਰਸ਼ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਹੀ ਨਹੀਂ ਹੈ। ਤੇ ਕੋਈ ਜਮਹੂਰੀਅਤ ਹੈ, ਤੇ ਕਹਿੰਦੇ ਨੇ ਵੀ ਜਮਹੂਰੀਅਤ ਦੇ ਵਿੱਚ ਹਿੰਦੁਸਤਾਨ 'ਚ 60% ਤੋਂ ਉੱਪਰ ਕਿਸਾਨ ਨੇ। ਜੇ 60% ਦੀ ਨਹੀਂ ਸੁਣੀ ਗਈ, ਫਿਰ ਕਦੋਂ ਕਿਸੇ ਦੀ ਸੁਣੀ ਜਾਊਗੀ? ਧੰਨਵਾਦ।